ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵੱਡੇ ਸਾਹਿਬਜ਼ਾਦੇ ਉਹਨਾਂ ਬਾਰੇ ਪੜ੍ਹਨ ਜਾ ਰਹੇ ਹਾਂ। ਸਾਨੂੰ ਪਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਦੋ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਵੱਡੇ ਸਾਹਿਬਜ਼ਾਦੇ ਹੋਏ ਹਨ। ਜੇਕਰ ਅਸੀਂ ਬਾਬਾ ਅਜੀਤ ਸਿੰਘ ਜੀ ਦੇ ਜਨਮ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਜਨਮ ਪਾਉਂਟਾ ਸਾਹਿਬ ਵਿਖੇ ਹੁੰਦਾ ਹੈ। ਪਾਉਂਟਾ ਸਾਹਿਬ ਵਿਖੇ 1687 ਈਸਵੀ ਨੂੰ ਹੁੰਦਾ ਹੈ ਅਤੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਉਹਨਾਂ ਦਾ ਜਨਮ ਹੋਇਆ। ਬਾਬਾ ਅਜੀਤ ਸਿੰਘ ਜੀ ਅੱਗੋਂ ਬਾਬਾ ਜੁਝਾਰ ਸਿੰਘ ਜੀ, ਇਹਨਾਂ ਦਾ ਜਨਮ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ। 1690 ਈਸਵੀ ਨੂੰ ਹੋਇਆ। ਇਹਨਾਂ ਦੀ ਮਾਤਾ ਜੀ ਦਾ ਨਾਮ ਹੈਗਾ ਜੀ ਮਾਤਾ ਜੀਤੋ ਜੀ। ਖਿਆਲ ਰੱਖਣਾ, ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹਨ। ਜਿਹੜੀਆਂ ਮਾਤਾਵਾਂ ਨੇ ਉਹ ਵੱਖੋ ਵੱਖ ਨੇ। ਬਾਬਾ ਅਜੀਤ ਸਿੰਘ ਜੀ ਦੀ ਮਾਤਾ ਦਾ ਨਾਮ ਮਾਤਾ ਸੁੰਦਰੀ ਜੀ ਹੈ, ਪੁੱਛਿਆ ਜਾ ਸਕਦਾ ਪ੍ਰੀਖਿਆ ਦੇ ਵਿੱਚ। ਅੱਗੇ ਬਾਬਾ ਜੁਝਾਰ ਸਿੰਘ ਜੀ, ਉਹਨਾਂ ਦੀ ਮਾਤਾ ਦਾ ਨਾਮ ਮਾਤਾ ਜੀਤੋ ਜੀ ਹੈ। ਜਿਹੜੀ ਸਾਹਿਬਜ਼ਾਦਿਆਂ ਦੀ ਸਿਖਲਾਈ ਹੈ, ਪੜ੍ਹਾਈ ਹੈ, ਉਹ ਗੁਰੂ ਸਾਹਿਬਾਨ ਦੀ ਨਿਗਰਾਨੀ ਹੇਠ ਹੋਈ। ਸਾਹਿਬਜ਼ਾਦਾ ਅਜੀਤ ਸਿੰਘ ਦੀ ਅਤੇ ਜੁਝਾਰ ਸਿੰਘ ਜੀ ਘੋੜ ਸਵਾਰੀ, ਸ਼ਸਤਰ ਵਿੱਦਿਆ ਅਤੇ ਤੀਰ ਅੰਦਾਜ਼ੀ ਦੇ ਵਿੱਚ ਬੜੇ ਮਾਹਰ ਸੀ, ਨਿਪੁੰਨ ਸੀ। ਇੱਕ ਵਾਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਬ੍ਰਾਹਮਣ ਦੇਵਦਾਸ, ਉਹ ਰੋਂਦਾ ਕਰਲਾਉਂਦਾ ਦੀਵਾਨ ਦੇ ਵਿੱਚ ਆ ਜਾਂਦਾ ਹੈ। ਇਹਦੇ ਵਿੱਚ ਪ੍ਰਸ਼ਨ ਬਣਦਾ ਹੈ ਕਿ ਅਨੰਦਪੁਰ ਸਾਹਿਬ ਵਿਖੇ ਕਿਹੜਾ ਬ੍ਰਾਹਮਣ ਰੋਂਦਾ ਕਰਲਾਉਂਦਾ ਸਹਾਇਤਾ ਲਈ ਗੁਰੂ ਦਰਬਾਰ ਦੇ ਵਿੱਚ ਆਇਆ। ਤਾਂ ਉਸ ਪੰਡਤ ਦਾ ਨਾਮ ਹੈਗਾ ਜੀ ਦੇਵਦਾਸ। ਇਹ ਹੁਸ਼ਿਆਰਪੁਰ ਦੇ ਨੇੜਲੇ ਕੋਈ ਪਿੰਡ ਦਾ ਰਹਿਣ ਵਾਲਾ ਸੀ। ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਾਇਆ। ਬਾਅਦ ਦੇ ਵਿੱਚ ਫਿਰ ਰੋਣ ਦਾ ਕਾਰਨ ਪੁੱਛਿਆ। ਬ੍ਰਾਹਮਣ ਕਹਿੰਦਾ ਕਿ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰਵਾਲੀ ਪਠਾਣਾ ਨੇ ਖੋਹ ਲਈ। ਕਿਹਨਾਂ ਨੇ ਖੋਹ ਲਈ ਜੀ? ਪਠਾਣਾ ਨੇ ਖੋਹ ਲਈ। ਮੈਂ ਬਹੁਤ ਚੀਕਿਆ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਾ ਮੰਨੀ। ਮੈਂ ਤੁਹਾਡੇ ਕੋਲ ਆਇਆ, ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਮੇਰੀ ਜਿਹੜੀ ਘਰਵਾਲੀ ਹੈ ਉਹ ਮੈਨੂੰ ਵਾਪਸ ਲੈ ਕੇ ਦਿਓ। ਤਾਂ ਫਿਰ ਵੱਡੇ ਸਾਹਿਬਜ਼ਾਦਾ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੁਕਮ ਹੋਇਆ ਕਿ ਉਹ ਜਾਣ ਅਤੇ ਜਿਹੜਾ ਜ਼ਾਲਮ ਹੈ ਉਹਨੂੰ ਸੌਦਾ ਲਾਉਣ। ਬਸੀ ਦੇ ਇੱਕ ਪਠਾਨ ਜ਼ਾਬਰ ਖਾਨ ਨੇ ਉਹ ਬ੍ਰਾਹਮਣੀ ਖੋਹ ਲਏ ਸੀ ਅਤੇ ਬਾਬਾ ਅਜੀਤ ਸਿੰਘ ਜੀ 100 ਸਿੰਘਾਂ ਨੂੰ ਨਾਲ ਲੈ ਕੇ ਅਤੇ ਉਸ ਬ੍ਰਾਹਮਣ ਨੂੰ ਘੋੜੇ 'ਤੇ ਬਿਠਾ ਕੇ ਚੱਲ ਪੈਂਦੇ ਨੇ। ਬਾਬਾ ਅਜੀਤ ਸਿੰਘ ਜੀ ਕਿੰਨੇ ਸਿੰਘਾਂ ਨੂੰ ਨਾਲ ਲੈ ਕੇ ਗਏ? 100 ਸਿੰਘਾਂ ਨੂੰ ਨਾਲ ਲੈ ਕੇ ਗਏ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਬਸੀ ਪਠਾਣਾ ਆਪ ਜੀ ਜਾ ਪਹੁੰਚੇ। ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ। ਪਠਾਣਾ ਨੇ ਸਿੰਘਾਂ ਨੂੰ ਅੰਦਰ ਆਉਂਦਿਆਂ ਦੇਖ ਲਿਆ। ਉਹ ਕਹਿਣ ਲੱਗੇ, ਸਿੱਖ ਆ ਗਏ, ਸਿੱਖ ਆ ਗਏ। ਪਰ ਕਿਸੇ ਪਠਾਣ ਦਾ ਹੌਸਲਾ ਨਹੀਂ ਪਿਆ ਕਿ ਸਿੱਖਾਂ ਦੇ ਨਾਲ, ਯੋਧਿਆਂ ਦੇ ਨਾਲ ਟੱਕਰ ਲਵੇ। ਪਠਾਣਾਂ ਨੂੰ ਪਤਾ ਸੀ ਕਿ ਇਹ ਸਾਡੇ ਮੂੰਹ ਭੰਨ ਦੇਣਗੇ। ਜ਼ਾਬਰ ਖਾਂ ਉਹ ਅੰਦਰ ਕਮਰੇ ਵਿੱਚ ਲੁਕਿਆ ਹੋਇਆ ਸੀ, ਘਾਬਰਿਆ ਹੋਇਆ ਸੀ। ਸਿੱਖਾਂ ਨੇ ਉਸ ਨੂੰ ਫੜ ਲਿਆ। ਸਿੱਖਾਂ ਨੇ ਉੱਥੇ ਕਿਸੇ ਵੀ ਔਰਤ ਨੂੰ ਕੁਝ ਵੀ ਨਹੀਂ ਕਿਹਾ, ਕੋਈ ਧਨ ਪਦਾਰਥ ਨਹੀਂ ਲੁੱਟਿਆ, ਨਾ ਹੀ ਕਿਸੇ ਚੀਜ਼ ਨੂੰ ਹੱਥ ਲਾਇਆ। ਪਰ ਜ਼ਾਬਰ ਖਾਂ, ਪਠਾਣ ਦਾ ਨਾਮ ਕੀ ਸੀ ਜੀ? ਜ਼ਾਬਰ ਖਾਂ। ਉਸ ਨੂੰ ਬੰਨ੍ਹ ਕੇ ਘੋੜੇ 'ਤੇ ਬਿਠਾ ਲਿਆ। ਨਾਲ ਉਹ ਬ੍ਰਾਹਮਣੀ ਨੂੰ ਲੈ ਜਾਂਦੇ, ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ।
ਬ੍ਰਾਹਮਣੀ ਬ੍ਰਾਹਮਣ ਨੂੰ ਦੇ ਦਿੱਤੀ ਜਾਂਦੀ ਹੈ ਅਤੇ ਜਾਬਰ ਖਾਂ ਉਸ ਨੂੰ ਨੀਚ ਕਰਮਾਂ ਦੀ ਕਰੜੀ ਸਜ਼ਾ ਦਿੱਤੀ ਜਾਂਦੀ ਹੈ। ਗੁਰੂ ਸਾਹਿਬਾਨ ਇਸ ਮਹਾਨ ਕਾਰਨਾਮੇ ਤੋਂ ਬੜੇ ਖੁਸ਼ ਹੋਏ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਕਮਾਲ ਕਰ ਦਿੱਤੀ ਹੈ। ਅੱਗੇ ਗੁਰੂ ਸਾਹਿਬਾਨ, ਸਾਨੂੰ ਪਤਾ ਹੈ ਕਿ ਜੰਗਾਂ ਦੇ ਵਿੱਚ ਜੂਝਦੇ ਰਹੇ, ਉਹਨਾਂ ਨੇ ਅਨੇਕਾਂ ਯੁੱਧ ਲੜੇ। ਇਹਦੇ ਵਿੱਚ ਹੁਣ 19 ਅਤੇ 20 ਦਸੰਬਰ 1704 ਦੀ ਗੱਲ ਕਰ ਰਹੇ ਹਾਂ। 19 ਅਤੇ 20 ਦਸੰਬਰ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਸਰਸਾ ਦੇ ਕੰਢੇ 'ਤੇ ਭਾਰੀ ਜਿਹੜੀ ਲੜਾਈ ਹੋਈ, ਉੱਥੇ ਵੀ ਗੁਰੂ ਸਾਹਿਬਾਨ ਦੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਅਗਵਾਈ ਕੀਤੀ। ਜਦ ਬਾਕੀ ਸਿੰਘ ਸਰਸਾ ਪਾਰ ਕਰ ਗਏ, ਜਦੋਂ ਬਾਕੀ ਸਿੰਘ ਸਰਸਾ ਪਾਰ ਕਰ ਗਏ ਤਾਂ ਪਿੱਛੋਂ ਬਾਬਾ ਅਜੀਤ ਸਿੰਘ, ਉਹਨਾਂ ਨੇ ਵੀ ਸਰਸਾ ਨੂੰ ਪਾਰ ਕੀਤਾ। ਰੋਪੜ ਦੇ ਸਥਾਨ 'ਤੇ ਪਠਾਣਾਂ ਦੇ ਨਾਲ ਲੜਾਈ ਹੋਈ। ਰੋਪੜ ਦੇ ਸਥਾਨ 'ਤੇ ਕਿਹਨਾਂ ਨਾਲ ਲੜਾਈ ਹੋਈ? ਪਠਾਣਾਂ ਨਾਲ ਲੜਾਈ ਹੋਈ। ਇਸ ਉਪਰੰਤ ਬਾਕੀ 40 ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰਨ ਉਪਰੰਤ ਸਾਰੇ ਚਮਕੌਰ ਸਾਹਿਬ ਪਹੁੰਚੇ। ਇੱਥੇ ਚੌਧਰੀ ਬੁੱਧੀ ਚੰਦ ਦੀ ਇੱਕ ਕੱਚੀ ਗੜੀ ਸੀ, ਜਿੱਥੇ ਗੁਰੂ ਸਾਹਿਬਾਨ, 2 ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਨੇ 10 ਲੱਖ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਜੀ, ਸਾਨੂੰ ਪਤਾ ਹੈ ਕਿ ਚੌਧਰੀ ਬੁੱਧੀ ਚੰਦ ਦੀ ਜਿਹੜੀ ਹਵੇਲੀ ਹੈ, ਗੜੀ ਹੈ, ਉਹਦੇ ਵਿੱਚ ਚਲੇ ਜਾਂਦੇ ਨੇ। ਉੱਥੇ 10 ਲੱਖ ਫੌਜ ਨਾਲ ਮੁਕਾਬਲਾ ਹੁੰਦਾ ਹੈ। ਬਹੁਤ ਸਾਰੇ ਸਿੰਘ ਨੇ ਜਿਹੜੇ ਉਹ ਸ਼ਹੀਦ ਹੋ ਜਾਂਦੇ ਨੇ। ਕੁਝ ਸਿੰਘ ਜੋ ਬਚ ਜਾਂਦੇ ਆ, ਗੁਰੂ ਸਾਹਿਬਾਨ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜੀ ਵਿੱਚੋਂ ਬਾਹਰ ਚਲੇ ਜਾਓ। ਤਾਂ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਨਹੀਂ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਜਿਹੜੇ ਸਾਰੇ ਸਿੱਖ ਨੇ, ਤੁਸੀਂ ਮੇਰੇ ਸਾਰੇ ਹੀ ਸਾਹਿਬਜ਼ਾਦੇ ਹੋ। ਫਿਰ ਗੁਰੂ ਸਾਹਿਬਾਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ, ਸ਼ਸਤਰ ਸਜਾਏ, 5 ਸਿੰਘ ਨਾਲ ਭੇਜੇ, ਮੁਗਲਾਂ ਦੇ ਨਾਲ ਲੜਾਈ ਕਰਨ ਵਾਸਤੇ ਜੰਗੀ ਮੈਦਾਨ ਤੋਰਿਆ। ਜਦੋਂ ਬਾਬਾ ਅਜੀਤ ਸਿੰਘ ਜੀ ਨੇ ਤੀਰ ਚਲਾਏ ਤਾਂ ਮੁਗਲ ਫੌਜ ਅੱਲਾ ਅੱਲਾ ਪੁਕਾਰਨ ਲੱਗੀ। ਤੀਰਾਂ ਤੋਂ ਬਾਅਦ ਆਪ ਜੀ ਨੇ ਤਲਵਾਰ ਦੇ ਐਸੇ ਜੌਹਰ ਦਿਖਾਏ ਕਿ ਵੈਰੀ ਦਲ ਹੈਰਾਨ ਰਹਿ ਗਿਆ। ਆਪ ਜੀ ਨੇ ਸੰਜੋਆ ਨਾਲ ਜੋ ਇੱਕ ਮੁਗਲ ਸਰਦਾਰ ਨੂੰ ਐਸਾ ਨੇਜਾ ਮਾਰਿਆ, ਜਦੋਂ ਉਹ ਨੇਜਾ ਵਾਪਸ ਖਿੱਚਣ ਲੱਗੇ ਤਾਂ ਨੇਜਾ ਵਿੱਚ ਹੀ ਟੁੱਟ ਗਿਆ। ਜਦੋਂ ਆਪ ਜੀ ਦਾ ਘੋੜਾ ਜ਼ਖਮੀ ਹੋ ਗਿਆ ਤਾਂ ਆਪ ਜੀ ਨੇ ਪੈਦਲ ਹੋ ਕੇ ਵੈਰੀ ਨੂੰ ਮਿਧਣਾ ਸ਼ੁਰੂ ਕਰ ਦਿੱਤਾ, ਖਤਮ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਸਾਹਿਬਜ਼ਾਦੇ ਦੀ ਬਹਾਦਰੀ ਤੋਂ ਬੜੇ ਪ੍ਰਸੰਨ ਹੋਏ। ਕਈਆਂ ਨੂੰ ਪਾਰ ਬੁਲਾ ਕੇ ਅਜੀਤ ਸਿੰਘ ਜੀ, ਬਾਬਾ ਅਜੀਤ ਸਿੰਘ ਸ਼ਹੀਦ ਹੋ ਜਾਂਦੇ ਨੇ। ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ, ਉਹਨਾਂ ਦੀ ਵਾਰੀ ਆਉਂਦੀ ਹੈ। ਉਹਨਾਂ ਨੂੰ ਪਿਤਾ ਜੀ ਹੱਸਦੇ ਹੱਸਦੇ 5 ਸਿੰਘ ਦੇ ਕੇ ਮੈਦਾਨ ਦੇ ਵਿੱਚ ਭੇਜਦੇ ਨੇ। ਜਿਵੇਂ ਹੀ ਸਾਹਿਬਜ਼ਾਦਾ ਜੀ ਮੈਦਾਨ ਦੇ ਵਿੱਚ ਜਾਂਦੇ ਨੇ ਤਾਂ ਬੈਰੀ ਨੂੰ ਭਾਜਣਾ ਪੈ ਜਾਂਦੀਆਂ ਨੇ। ਜਿਹੜੀ ਇਹ ਗੜੀ ਹੈ, ਇਹ ਬਹੁਤਾ ਪ੍ਰਬੰਧ ਨਹੀਂ ਇੱਥੇ ਲੜਨ ਦਾ। ਕਹਿਣ ਦਾ ਭਾਵ ਇਹ ਕਿ ਕੋਈ ਬਹੁਤਾ ਵੱਡਾ ਕਿਲ੍ਹਾ ਨਹੀਂ ਕਿ ਜਿੱਥੋਂ ਬੈਰੀ ਵਿਰੁੱਧ ਇੱਕ ਪਲਾਨ ਬਣਾ ਕੇ ਲੜਿਆ ਜਾਵੇ।
ਸਾਡੇ ਬਾਬਾ ਜੁਝਾਰ ਸਿੰਘ ਜੀ ਜਦੋਂ ਬਹਿਰੀਆਂ ਦੇ ਆਹੂ ਲਾਉਣ ਲੱਗੇ ਤਾਂ ਬੜਾ ਘਮਸਾਨ ਦਾ ਯੁੱਧ ਹੋਇਆ, ਅੰਤ ਆਪ ਵੀ ਸ਼ਹੀਦ ਹੋ ਗਏ। ਸ਼ਹੀਦ ਹੋਣ ਵੇਲੇ ਬਾਬਾ ਜੁਝਾਰ ਸਿੰਘ ਦੀ ਉਮਰ 14 ਸਾਲ ਅਤੇ ਬਾਬਾ ਅਜੀਤ ਸਿੰਘ ਦੀ ਉਮਰ 17 ਸਾਲ ਸੀ। ਵੱਖੋ ਵੱਖਰੀਆਂ ਕਿਤਾਬਾਂ, ਕਈ ਲੇਖਕ ਹੋਰ ਵੀ ਘੱਟ ਜਾਂ ਵੱਧ ਕਹਿੰਦੇ ਨੇ, ਪਰ ਇੱਥੇ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਅਤੇ ਅਜੀਤ ਸਿੰਘ ਦੀ 17 ਸਾਲ ਹੈ। ਸਾਡੇ ਲਈ ਬੜੀ ਪ੍ਰੇਰਨਾ ਦੀ ਗੱਲ ਹੈ ਕਿ ਛੋਟੀਆਂ ਉਮਰਾਂ ਨੇ ਸਾਕੇ ਵੱਡੇ ਨੇ, ਕਿੱਡਾ ਕੁ ਦਿਲ ਹੋਏਗਾ, ਕਿੰਨਾ ਕੁ ਅਸਰ ਗੁਰਬਾਣੀ ਨੇ ਇਹਨਾਂ ਦੇ ਹਿਰਦੇ 'ਤੇ ਕੀਤਾ ਹੈ ਕਿ ਮੌਤ ਨੂੰ ਮਖੌਲ ਕਰ ਰਹੇ ਨੇ। ਯੋਧੇ ਮਹਾਬਲੀ ਤਿਆਰ ਬਰ ਤਿਆਰ, ਕੀ ਅਸੀਂ ਅੱਜ ਤਿਆਰ ਬਰ ਤਿਆਰ ਹਾਂ? ਕੀ ਸਾਡੇ ਕੇਸ ਰੱਖੇ ਹੋਏ ਨੇ? ਕੀ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ? ਕੀ ਸਿੱਖੀ ਸਿਧਾਂਤਾਂ ਬਾਰੇ ਸਾਨੂੰ ਪਤਾ ਹੈ, ਜਿਨ੍ਹਾਂ ਕਾਰਨ ਅਸੀਂ ਸਿੱਖ ਅਖਵਾ ਰਹੇ ਹਾਂ? ਇਹ ਗੱਲਾਂ ਕਿਤੇ ਬੈਠ ਕੇ ਵਿਚਾਰ ਕਰਨ ਵਾਲੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।